सत श्री अकाल, तुसीं देख रहे हो टीवी पंजाब वीकली बुलेटिन विच तुहाडा स्वागत है। गलबात करांगे उन्हां खबरां दी जिहड़ियां हफ्ता भर खास रहियां ने। नज़र मारदे हां हैडलाइनस ते। पीआर दा राह होया बंद, जाणो किन्हां ते होई सकदी। अंतरराष्ट्रीय विद्यार्थियों नूं मिली वड्डी राहत, नहीं कीता जावेगा डिपोर्ट। 3 सूबिਆਂ ਤੋਂ ਇਮੀਗ੍ਰੇਸ਼ਨ ਦਾ ਐਲਾਨ, ਡਰਾਅ ਵਿੱਚ ਉਮੀਦਵਾਰਾਂ ਨੂੰ ਮਿਲੇ ਸੱਦੇ। ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਡਰ, ਇੱਕ ਹੋਰ ਨੌਜਵਾਨ ਨੇ ਸਾਂਝਾ ਕੀਤਾ ਆਪਣਾ ਦਰਦ। पीआर ਦਾ ਰਾਹ ਬੰਦ ਕੀਤਾ ਜਾ ਰਿਹਾ, ਜਿੱਥੇ ਇੱਕ ਸੂਬੇ ਤੋਂ ਜਾਣਕਾਰੀ ਸਾਹਮਣੇ ਦੱਸਿਆ ਗਿਆ ਕਿ ਹੁਣ ਇੱਕ ਪਾਇਲਟ ਪ੍ਰੋਗਰਾਮ ਜੋ ਫੈਡਰਲ ਸਰਕਾਰ ਵੱਲੋਂ ਚਲਾਇਆ ਗਿਆ ਸੀ, ਉਸ ਦੀਆਂ ਅਰਜ਼ੀਆਂ ਮਨਜ਼ੂਰ ਕਰਨੀਆਂ ਬੰਦ ਕੀਤੀਆਂ ਜਾਣਗੀਆਂ, ਜਿਸ ਦੇ ਨਾਲ ਕਈਆਂ ਵਾਸਤੇ ਪੀਆਰ ਦਾ ਰਾਹ ਬੰਦ ਹੋ ਜਾਵੇਗਾ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਵਰਨਨ ਸ਼ਹਿਰ ਵੱਲੋਂ ਕੁਝ ਨਵੀਆਂ ਅਰਜ਼ੀਆਂ ਤੇ ਆਰਜ਼ੀ ਰੋਕ ਲਗਾ ਦਿੱਤੀ ਗਈ ਹੈ। ਕਰੀਬ 40,000 ਦੀ ਆਬਾਦੀ ਵਾਲੇ ਸ਼ਹਿਰ ਵੱਲੋਂ ਇਹ ਫੈਸਲਾ ਲਿਆ ਗਿਆ। जी हाँ, फैडरल सरकार ਵੱਲੋਂ ਚਲਾਈ ਜਾ ਰਹੀ ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਧੀਨ ਵਰਨਨ ਸ਼ਹਿਰ ਵੱਲੋਂ ਪ੍ਰੋਗਰਾਮ ਵਿੱਚ ਅਰਜ਼ੀ ਦੇਣ ਵਾਸਤੇ ਕੁਝ ਕਿੱਤਿਆਂ ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਨਵੀਂ ਆਰਜ਼ੀ ਨਿਯਮਾਂ ਮੁਤਾਬਕ ਸੇਲ ਅਤੇ ਸਰਵਿਸ ਸੁਪਰਵਾਈਜ਼ਰ, ਜਿਨ੍ਹਾਂ ਵਿੱਚ ਕੈਸ਼ੀਅਰ, ਫੂਡ ਸਰਵਿਸ ਸੁਪਰਵਾਈਜ਼ਰ, ਰੈਸਟੋਰੈਂਟ ਵਿੱਚ ਕਿਚਨ ਅੰਦਰ ਕੰਮ ਕਰਨ ਵਾਲੇ ਕਾਮਯਾਦ ਸ਼ਾਮਿਲ ਹਨ। ਫਿਲਹਾਲ ਪੀਆਰ ਵਾਸਤੇ ਅਰਜ਼ੀ ਨਹੀਂ ਦੇ ਸਕਣਗੇ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਦੇ ਵਿੱਚ ਕੰਮ ਕਰਦੀ ਕਾਮੇ ਵੀ ਫਿਲਹਾਲ ਇਸ ਰੋਕ ਦੇ ਘੇਰੇ ਵਿੱਚ ਆਉਂਦੇ ਨੇ ਤੇ ਪੂਰੀ ਲਿਸਟ ਵੈਬਸਾਈਟ ਦੇ ਉੱਪਰ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਵਰਨਨ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਇੱਕ ਛੋਟਾ ਸ਼ਹਿਰ ਹੈ, ਜੋ ਕਿ ਵੈਨਕੂਵਰ ਤੋਂ ਕਰੀਬ 440 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸ਼ਹਿਰ ਦੀ ਆਬਾਦੀ ਕਰੀਬ 40,000 ਹੈ। ਇਸ ਨੂੰ 1982 ਦੌਰਾਨ ਵਸਾਇਆ ਗਿਆ। ਕੈਨੇਡਾ ਵੱਲੋਂ ਪੇਂਡੂ ਇਲਾਕਿਆਂ ਦੇ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2019 ਦੌਰਾਨ ਰੂਰਲ ਅਤੇ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਅਗਸਤ ਸਾਲ 2024 ਤੱਕ ਚਲਾਇਆ ਜਾਵੇਗਾ। ਪ੍ਰੋਗਰਾਮ ਅਧੀਨ ਪੂਰੇ ਦੇਸ਼ ਵਿੱਚ 11 ਅਜਿਹੇ ਇਲਾਕੇ ਹਨ, ਜਿਨ੍ਹਾਂ ਵਿੱਚ ਬਿਨੇਕਾਰ ਅਪਲਾਈ ਕਰਕੇ ਕੈਨੇਡਾ ਦੀ ਪੀਆਰ ਹਾਸਲ ਕਰ ਸਕਦੇ ਨੇ। ਇਨ੍ਹਾਂ ਇਲਾਕਿਆਂ ਵਿੱਚ 5 ਓਨਟਾਰੀਓ, 2 ਮੈਨੀਟੋਬਾ, 1 ਸਸਕੈਚੁਆਨ ਤੇ 1 ਐਲਬਰਟਾ ਦੇ 2 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤ ਹਨ। ਦੱਸ ਦਈਏ ਕਿ ਰੂਰਲ ਅਤੇ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਧੀਨ ਨੌਕ ਡੀ ਅਧੀਨ ਤਜਰਬਾ ਹਾਸਲ ਕਰ ਚੁੱਕੇ ਵਿਅਕਤੀ ਵੀ ਅਪਲਾਈ ਕਰ ਸਕਦੇ ਹਨ। ਇਮੀਗ੍ਰੇਸ਼ਨ ਮੰਤਰਾਲੇ ਦਾ ਇਸ ਬਾਰੇ ਕਹਿਣਾ ਹੈ ਕਿ 11 ਇਲਾਕਿਆਂ ਦੇ ਵਿੱਚ ਹਰੇਕ ਖੇਤਰ ਅੰਦਰ ਔਸਤਨ 125 ਵਿਅਕਤੀ ਹਰ ਸਾਲ ਆਉਂਦੇ ਨੇ। ਨਿਯਮਾਂ ਮੁਤਾਬਕ ਰੂਰਲ ਅਤੇ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਹਰ ਸਾਲ 2750 ਅਰਜ਼ੀਆਂ ਲਈਆਂ ਜਾਣਗੀਆਂ। ਵਿਭਾਗ ਵੱਲੋਂ ਲੰਘੇ ਸਾਲ ਅਗਸਤ ਦੌਰਾਨ ਪ੍ਰੋਗਰਾਮ ਦੇ ਵਿੱਚ ਪੈਂਦੇ ਇਲਾਕਿਆਂ ਦੀਆਂ ਭੂਗੋਲਿਕ ਸਰਹੱਦਾਂ ਵਿੱਚ ਵਾਧਾ ਕੀਤਾ ਗਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਰਾਹਤ ਦੀ ਖਬਰ ਇਸ ਹਫ਼ਤੇ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕਰ ਦਿੱਤਾ ਕਿ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਵਧੇਰੇ ਜਾਂਚ ਹੋਣੀ ਹੈ, ਕਮੇਟੀ ਦਾ ਗਠਨ ਕੀਤਾ ਜਾਣਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਡੈਪੂਟੇਸ਼ਨ ਦੇ ਉੱਪਰ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਫਰਜ਼ੀ ਦਾਖਲਾ ਪੱਤਰ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਇਸ ਬਾਰੇ ਮੰਤਰੀ ਨੇ ਵੱਡਾ ਬਿਆਨ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ, ਜਿੱਥੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਥਿਤੀ ਬਹੁਤ ਤਣਾਅਪੂਰਨ ਹੈ ਤੇ ਅਸੀਂ ਪੀੜਤਾਂ ਦੀ ਭਲਾਈ ਚਾਹੁੰਦੇ ਹਾਂ। ਮਿਨਿਸਟਰ ਫਰੇਜ਼ਰ ਨੇ ਕਿਹਾ ਕਿ ਅਸੀਂ ਇਸ ਸੰਬੰਧੀ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਮਿਲ ਕੇ ਮਸਲੇ ਉੱਪਰ ਕੰਮ ਕਰੇਗੀ। ਮਿਨਿਸਟਰ ਫਰੇਜ਼ਰ ਨੇ ਦੱਸਿਆ ਕਿ ਟਾਸਕ ਫੋਰਸ ਕੇਸ ਦਰ ਕੇਸ ਆਧਾਰ ਤੇ ਉਸ ਇਕੱਲੇ ਮਾਮਲੇ ਦਾ ਵਿਸ਼ਲੇਸ਼ਣ ਕਰੇਗੀ, ਜਿਨ੍ਹਾਂ ਨੂੰ ਜਾਲੀ ਦਾਖਲਾ ਪੱਤਰ ਕਰਕੇ ਕੈਨੇਡਾ ਛੱਡਣ ਦਾ ਨਿਰਦੇਸ਼ ਜਾਰੀ ਹੋਇਆ ਹੈ। ਇਸ ਇੰਟਰਿਮ ਸਮੇਂ ਦੌਰਾਨ ਸਾਰੇ ਪ੍ਰਭਾਵਿਤ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਆਰਜ਼ੀ ਆਗਿਆ ਹੋਵੇਗੀ। ਟਾਸਕ ਫੋਰਸ ਆਪਣੀ ਸਮੀਖਿਆ ਦੌਰਾਨ ਕਈ ਪਹਿਲੂਆਂ ਤੇ ਗੌਰ ਕਰੇਗੀ, ਜਿਵੇਂ ਕਿ ਉਸ ਵਿਅਕਤੀ ਨੇ ਪੜ੍ਹਾਈ ਪੂਰੀ ਕੀਤੀ ਹੈ, ਕਿ ਉਸਨੂੰ ਆਪਣੇ ਅਰਜ਼ੀ ਵੇਲੇ ਕਿਸੇ ਕਿਸਮ ਦੇ ਜਾਲੀ ਕਾਗਜ਼ ਹੋਣ ਦੀ ਜਾਣਕਾਰੀ ਸੀ। ਫਰੇਜ਼ਰ ਨੇ ਐਲਾਨ ਕੀਤਾ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਮਨਸ਼ਾ ਨਾਲ ਆਏ ਵਿਦਿਆਰਥੀ ਜਿਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਦਿੱਤੇ ਜਾਣਗੇ। ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ 5 ਸਾਲ ਦੇ ਬੈਨ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਜੋ ਵੀ ਲੋਕ ਇਸ ਮਾਮਲੇ ਵਿੱਚ ਧੋਖਾਧੜੀ ਅੰਦਰ ਸ਼ਾਮਿਲ ਹੋਣਗੇ, ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦਾ ਧਿਆਨ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਤੇ ਹੈ, ਜੋ ਕਿ ਧੋਖਾਧੜੀ ਵਾਸਤੇ ਜ਼ਿੰਮੇਵਾਰ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਵਿਦਿਆਰਥੀਆਂ ਉੱਪਰ ਇਸ ਕਾਰਨ ਡੈਪੂਟੇਸ਼ਨ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਐਡਮਿਸ਼ਨ ਲੈਟਰ ਨਕਲੀ ਨਿਕਲੇ।
ਦੱਸ ਦਈਏ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀ ਕਿਸੇ ਕਾਲਜ ਤੋਂ ਆਫਰ ਲੈਟਰ ਲੈ ਕੇ ਫੀਸ ਭਰਦੇ ਹਨ ਅਤੇ ਵੀਜ਼ੇ ਵਾਸਤੇ ਆਪਣੀ ਅਰਜ਼ੀ ਦਿੰਦੇ ਨੇ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ। 3 ਸੂਬਿਆਂ ਵੱਲੋਂ ਡਰਾਅ ਕੱਢੇ ਗਏ। ਡਰਾਅ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਚਾਕੀ ਹੈ। PNP ਡਰਾਅ ਬਾਰੇ ਦੱਸਿਆ ਗਿਆ। ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ 3 ਸੂਬਿਆਂ ਵੱਲੋਂ ਡਰਾਅ ਕੱਢੇ ਗਏ ਨੇ। ਇਹਨਾਂ ਡਰਾਅ ਦੇ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਚਾਕੀ ਹੈ। ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਤੇ ਸਸਕੈਚੁਅਨ ਵੱਲੋਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ 3 ਜੂਨ ਤੋਂ 9 ਜੂਨ ਵਿਚਕਾਰ ਐਲਾਨ ਕੀਤੇ ਗਏ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 6 ਜੂਨ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ 157 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਹੋਏ ਨੇ। ਇਹ ਸਾਰੇ ਉਮੀਦਵਾਰ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੇ ਨਾਲ ਜੁੜੇ ਹੋਏ ਸਨ। ਹਾਲ ਹੀ ਦੇ ਵਿੱਚ ਜੋ ਤਾਜ਼ਾ ਡਰਾਅ ਕੱਢਿਆ ਗਿਆ, ਇਸ ਵਿੱਚ 112 ਸਕਿਲਸ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਅਧੀਨ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ ਤੇ ਸਕੋਰ ਰਿਕੁਆਇਰਮੈਂਟ 90 ਦੀ ਰਹੀ। ਓਨਟਾਰੀਓ ਪ੍ਰੋਵਿੰਸ ਦੀ ਗੱਲ ਕੀਤੀ ਜਾਵੇ ਤਾਂ 5 ਜੂਨ ਨੂੰ ਓਨਟਾਰੀਓ ਨੇ PNP ਡਰਾਅ ਕੱਢਿਆ, ਜਿੱਥੇ 278 ਨੋਟੀਫਿਕੇਸ਼ਨ ਜਾਰੀ ਕੀਤੇ ਗਏ। ਇਹ ਉਮੀਦਵਾਰ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟਰੀਮ ਦੇ ਨਾਲ ਜੁੜੇ ਹੋਏ ਸਨ। ਇਸ ਤੋਂ ਇਲਾਵਾ ਸੂਬੇ ਤੋਂ ਆਈ ਜਾਣਕਾਰੀ ਮੁਤਾਬਕ ਇਸ ਸਟਰੀਮ ਤਹਿਤ 2 ਡਰਾਅ ਐਲਾਨ ਕੀਤੇ ਗਏ ਹਨ। ਸੂਬੇ ਵੱਲੋਂ ਇੱਕ ਹੋਰ ਡਰਾਅ ਕੱਢਿਆ ਗਿਆ, ਜਿਸ ਵਿੱਚ 139 ਉਮੀਦਵਾਰਾਂ ਦੀ ਕਿਸਮਤ ਚਾਕੀ ਹੈ। ਸਸਕੈਚੁਅਨ ਸੂਬੇ ਵੱਲੋਂ 8 ਜੂਨ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਨੇ 500 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਸਸਕੈਚੁਅਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਆਕੂਪੇਸ਼ਨ ਇਨ ਡਿਮਾਂਡ ਸਟਰੀਮ ਅਧੀਨ 268 ਉਮੀਦਵਾਰਾਂ ਦੀ ਕਿਸਮਤ ਚਾਕੀ ਹੈ, ਜਿਨ੍ਹਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਲਗਾਤਾਰ ਇਨ੍ਹਾਂ ਪ੍ਰੋਵਿੰਸਸ ਵੱਲੋਂ PNP ਡਰਾਅ ਕੱਢੇ ਜਾ ਰਹੇ ਨੇ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋ ਰਹੇ ਨੇ ਤੇ ਹੁਣ ਤਾਜ਼ਾ ਡਰਾਅ 3 ਸੂਬਿਆਂ ਵੱਲੋਂ ਕੱਢੇ ਗਏ, ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਚਾਕੀ ਹੈ। ਪੰਜਾਬੀ ਨੌਜਵਾਨ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਦਾ ਡਰ ਹੈ, ਜਿਸ ਵੱਲੋਂ ਆਪਣਾ ਦੁੱਖ ਸਾਂਝਾ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਨੌਜਵਾਨ ਵੱਲੋਂ ਆਪਣਾ ਪੱਖ ਰੱਖਿਆ ਗਿਆ। ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੰਜਾਬੀ ਨੌਜਵਾਨ ਦੇ ਉੱਪਰ ਵੀ ਡੈਪੂਟੇਸ਼ਨ ਦੀ ਤਲਵਾਰ ਲਟਕੀ ਹੋਈ ਹੈ। ਜੀ ਹਾਂ, ਇਸ ਨੌਜਵਾਨ ਦਾ ਨਾਮ ਬਲਵੀਰ ਸਿੰਘ ਹੈ, ਜੋ ਕਿ 2017 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ। ਪੜ੍ਹਾਈ ਖਤਮ ਕਰਨ ਅਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਇੱਕ ਸਥਿਰ ਜੌਬ ਤੇ ਵਰਕ ਪਰਮਿਟ ਲੈਣ ਦੇ ਬਾਵਜੂਦ ਬਲਵੀਰ ਨੂੰ ਆਪਣੇ ਕੈਨੇਡਾ ਵਿੱਚ ਇੱਕ ਚੰਗਾ ਭਵਿੱਖ ਬਣਾਉਣ ਦਾ ਸੁਪਨਾ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। 24 ਸਾਲਾ ਬਲਵੀਰ ਸਿੰਘ ਉਹਨਾਂ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਫਰਜ਼ੀ ਦਾਖਲਾ ਪੱਤਰ ਦੇਣ ਦੇ ਮਾਮਲੇ ਵਿੱਚ ਕੈਨੇਡਾ ਤੋਂ ਸੰਭਾਵੀ ਤੌਰ ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਵਿੱਚ ਬਲਵੀਰ ਸਿੰਘ ਰਹਿ ਰਿਹਾ ਹੈ, ਜਿਸ ਨੇ ਆਪਣਾ ਪੱਖ ਸਾਂਝਾ ਕਰਦਿਆਂ ਦੱਸਿਆ ਕਿ ਉਹ ਕਾਫੀ ਤਣਾਅ ਵਿੱਚ ਹੈ। ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਇਮੀਗ੍ਰੇਸ਼ਨ ਏਜੰਟ ਨੇ ਉਸ ਨਾਲ ਧੋਖਾ ਕੀਤਾ। ਬਲਵੀਰ ਦਾ ਮਾਮਲਾ ਵੀ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਰਗਾ ਹੀ ਹੈ, ਜਿਨ੍ਹਾਂ ਨੇ ਇਮੀਗ੍ਰੇਸ਼ਨ ਏਜੰਟ ਦੁਆਰਾ ਫਰਾਡ ਕੀਤੇ ਜਾਣ ਦੀ ਗੱਲ ਕਹੀ ਹੈ। ਬਲਬੀਰ ਦਾ ਕਹਿਣਾ ਹੈ ਕਿ ਉਸਨੇ ਕੈਨੇਡਾ ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਉਣ ਵਾਸਤੇ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਨਾਂ ਦੀ ਕੰਸਲਟੈਂਸੀ ਦੀ ਸੇਵਾ ਹਾਸਲ ਕੀਤੀ। ਉਸਦੇ ਮੁਤਾਬਕ ਉਸਨੇ ਕੰਪਨੀ ਦੇ ਇਮੀਗ੍ਰੇਸ਼ਨ ਏਜੰਟ ਨੂੰ ਲੱਖਾਂ ਰੁਪਏ ਦਿੱਤੇ। ਇਸ ਇਮੀਗ੍ਰੇਸ਼ਨ ਏਜੰਟ ਨੇ ਬਲਬੀਰ ਨੂੰ ਕੈਨੇਡੀਅਨ ਕਾਲਜ ਦਾ ਦਾਖਲਾ ਪੱਤਰ ਮੁਹੱਈਆ ਕਰਵਾ ਕੇ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦੀ ਮਦਦ ਕੀਤੀ। ਬਲਬੀਰ ਨੇ ਦੱਸਿਆ ਕਿ ਉਸ ਕੋਲ ਓਨਟਾਰੀਓ ਦੇ ਲੰਡਨ ਵਿੱਚ ਸਥਿਤ ਫੈਨਸ਼ੋ ਕਾਲਜ ਦਾ ਦਾਖਲਾ ਪੱਤਰ ਸੀ, ਪਰ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਉਸਨੇ ਕੰਸਲਟੈਂਟ ਨੇ ਉਸ ਨੂੰ ਵੈਨਕੂਵਰ ਦੇ ਲੰਗਾਰਾ ਕਾਲਜ ਜਾਣ ਨੂੰ ਕਹਿ ਦਿੱਤਾ। ਬਲਬੀਰ ਨੂੰ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਮੰਨਣੀ ਪਈ ਤੇ ਉਸ ਕਾਲਜ ਤੋਂ ਆਪਣਾ ਡਿਪਲੋਮਾ ਪੂਰਾ ਕੀਤਾ। ਪਰ ਜਦੋਂ ਬਲਬੀਰ ਨੇ PR ਵਾਸਤੇ ਅਰਜ਼ੀ ਦਿੱਤੀ ਤਾਂ ਉਸਦੀ ਅਰਜ਼ੀ ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਦੱਸਿਆ ਕਿ ਉਸਦਾ ਦਾਖਲਾ ਪੱਤਰ ਨਕਲੀ ਹੈ ਤੇ ਅਜਿਹਾ ਦੇਖ ਕੇ ਬਲਬੀਰ ਕਾਫੀ ਹੈਰਾਨ ਹੋਇਆ। ਦੱਸਣਯੋਗ ਹੈ ਕਿ ਮਾਰਚ ਵਿੱਚ ਭਾਰਤੀ ਅਧਿਕਾਰੀਆਂ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਦੇ ਇੱਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ। ਉਸ ਏਜੰਟ ਤੇ ਦਰਜਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਜਾਲੀ ਵੀਜ਼ਾ ਦਸਤਾਵੇਜ਼ ਬਣਾਉਣ ਦੇ ਇਲਜ਼ਾਮ ਸਨ। ਪੁਲਿਸ ਅਜੇ ਵੀ ਉਸ ਵਿਅਕਤੀ ਦੇ ਪਾਰਟਨਰ ਬ੍ਰਿਜੇਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ। ਬਲਬੀਰ ਨੇ ਦੱਸਿਆ ਕਿ ਉਸਨੇ ਬ੍ਰਿਜੇਸ਼ ਮਿਸ਼ਰਾ ਤੋਂ ਵੀ ਕੰਸਲਟੈਂਟ ਸੇਵਾ ਲਈ ਸੀ। ਬਲਬੀਰ ਮੁਤਾਬਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਸੰਪਰਕ ਨਹੀਂ ਹੋ ਪਾਇਆ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਫਰਾਡ ਦੀ ਪੀੜਤ ਸੈਂਕੜੇ ਵਿਦਿਆਰਥੀ ਓਨਟਾਰੀਓ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਪਬਲਿਕ ਸੇਫਟੀ ਮਿਨਿਸਟਰ ਨੂੰ ਡੈਪੂਟੇਸ਼ਨ ਤੇ ਰੋਕ ਲਗਾਉਣ ਸੰਬੰਧੀ ਮੰਗ ਪੱਤਰ ਵੀ ਦਿੱਤਾ ਹੈ। ਮਾਈਗ੍ਰੈਂਟ ਵਰਕਰਸ ਅਲਾਇੰਸ ਫਾਰ ਚੇਂਜ ਵਰਗੇ ਗਰੁੱਪ ਇਨ੍ਹਾਂ ਵਿਦਿਆਰਥੀਆਂ ਦੀ ਹਮਾਇਤ ਵਿੱਚ ਹਨ।
ਇਸ ਤੋਂ ਇਲਾਵਾ ਸਿਆਸੀ ਲੀਡਰ ਵੀ ਇਹਨਾਂ ਵਿਦਿਆਰਥੀਆਂ ਦੇ ਨਾਲ ਆਪਣੀ ਸਪੋਰਟ ਦਿਖਾਉਂਦੇ ਹੋਏ ਦਿਖਾਈ ਦਿੱਤੇ ਨੇ, ਜਿੱਥੇ ਕੰਜ਼ਰਵੇਟਿਵ ਪਾਰਟੀ ਤੇ NDP ਪਾਰਟੀ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ। ਇਹ ਵਿਦਿਆਰਥੀ ਵੀ ਇਹੀ ਕਹਿ ਰਹੇ ਹਨ ਕਿ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ। ਡਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹ ਵਿਦਿਆਰਥੀਆਂ ਦੇ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਤੇ ਆਪਣਾ ਪੱਖ ਵੀ ਉਹਨਾਂ ਵੱਲੋਂ ਰੱਖਿਆ ਗਿਆ। ਦੱਸ ਦਈਏ ਕਿ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਇਸ ਹਫ਼ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਭਾਰਤੀ ਵਿਦਿਆਰਥੀਆਂ ਦੇ ਨਕਲੀ ਡਾਕੂਮੈਂਟਸ ਦਾ ਮਾਮਲਾ ਇਨੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਮੀਗ੍ਰੇਸ਼ਨ ਮੰਤਰੀ ਇਸ ਮੁੱਦੇ ਦੇ ਉੱਪਰ ਬੋਲੇ ਨੇ ਤੇ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਨਕਲੀ ਐਡਮਿਸ਼ਨ ਲੈਟਰਸ ਦੇ ਬਾਰੇ ਵੀ ਆਪਣਾ ਪੱਖ ਰੱਖਿਆ ਗਿਆ। Of international students who are the subject of certain removal orders as a result of their admission to Canada on the basis of fraudulent acceptance letters. Let me start by saying to those who are genuine applicants who have been going through a period of uncertainty, we understand the toll that this process has taken on your mental health and the challenges that you're dealing with, and we want to provide a solution, and I'll have details in just a moment. Let me also say that we believe that there are significant aspects of fraud that certain bad actors have been using to take advantage of students. And to the extent that people are complicit in fraudulent schemes, of course, they will bear the consequences under the Canadian law of their behaviour in those instances. But I do have important news to share, particularly for those genuine students who are the victims of fraud, to provide recourse in this particular instance. First, we are establishing a task force made up of senior officials of both IRCC and CBSA. This task force will be required to undertake a case-by-case analysis of every individual case that is the subject of a removal order on the basis of fraudulent letters of acceptance. In the interim, and this is particularly important for the students who find themselves in this situation, any pending removals will be halted in the interim, and there will be a temporary permission to stay over the course of this period of consideration. The task force will consider particular factors, including whether a person completed their study, including their level of knowledge of any fraudulent scheme that may have underpinned their application, and those who are found not to have had knowledge and who have been genuine applicants to the student program will be given permission to stay in Canada for a period of a few years so they can either complete their studies or potentially remain in Canada and work over the next few years. In the meantime, we also know that we have a long-term issue that we need to solve. We have been working over the past number of months to establish a stronger system to better detect fraud when it comes to letters of acceptance. ਕੈਨੇਡਾ ਸਰਕਾਰ ਵੱਲੋਂ ਜਹਾਜ਼ ਜ਼ਬਤ ਕੀਤਾ ਗਿਆ। ਰੂਸੀ ਜਹਾਜ਼ ਜ਼ਬਤ ਕਰਨ ਦੀ ਖਬਰ ਸਾਹਮਣੇ ਆਈ। ਕਾਫੀ ਦੇਰ ਤੋਂ 에ਅਰਪੋਰਟ ਦੇ ਉੱਪਰ ਇਹ ਜਹਾਜ਼ ਖੜਾ ਸੀ। ਕੈਨੇਡਾ ਸਰਕਾਰ ਵੱਲੋਂ ਰੂਸੀ ਜਹਾਜ਼ ਨੂੰ ਜ਼ਬਤ ਕੀਤਾ ਗਿਆ ਹੈ। ਇਹ ਜਹਾਜ਼ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੇ ਖੜਾ ਸੀ। ਜੀ ਹਾਂ, ਕੈਨੇਡਾ ਨੇ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਖੜੇ ਇੱਕ ਰੂਸੀ ਕਾਰਗੋ ਜਹਾਜ਼ ਨੂੰ ਜ਼ਬਤ ਕਰ ਲਿਆ। ਇਹ ਜਹਾਜ਼ ਪਿਛਲੇ ਸਾਲ ਤੋਂ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੀਅਰਸਨ 에ਅਰਪੋਰਟ ਤੇ ਖੜਾ ਸੀ। ਸ਼ਨੀਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਐਨੋਟੋਵ 124 ਜਹਾਜ਼ 에ਅਰਲਾਈਨਸ ਅਤੇ ਵੋਗਡਾ ਗਰੁੱਪ ਦੀ ਮਲਕੀਅਤ ਹੈ ਤੇ ਇਹ ਉਹ ਸੰਸਥਾ ਹਨ ਜਿਨ੍ਹਾਂ ਖਿਲਾਫ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਨੇੜਤਾ ਹੋਣ ਕਾਰਨ ਕੈਨੇਡਾ ਨੇ ਹਾਲ ਹੀ ਵਿੱਚ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਇਸ ਮਹੱਤਵਪੂਰਨ ਸੰਪਤੀ ਨੂੰ ਜ਼ਬਤ ਕਰਨਾ ਕੈਨੇਡਾ ਸਰਕਾਰ ਦੀ ਸੰਪਤੀ ਜ਼ਬਤ ਕਰਨ ਦੀ ਵਿਵਸਥਾ ਦੇ ਤਹਿਤ ਕਾਰਵਾਈ ਦਾ ਪਹਿਲਾ ਕਦਮ ਹੈ ਤੇ ਇਸ ਨੂੰ ਰੂਸ ਦੇ ਵਾਧੂ ਦਬਾਅ ਪਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਯੂਕਰੇਨ ਦੇ ਖਿਲਾਫ ਰੂਸ ਦੀ ਗੈਰ ਕਾਨੂੰਨੀ ਜੰਗ ਨੂੰ ਰੋਕਿਆ ਜਾ ਸਕੇ ਤੇ ਇਸ ਦੀ ਆਰਥਿਕ ਪ੍ਰਣਾਲੀ ਨੂੰ ਢਾਹ ਲਾ ਕੇ ਇਸ ਦੇ ਸਰੋਤਾਂ ਨੂੰ ਸੀਮਤ ਕੀਤਾ ਜਾ ਸਕੇ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਹਵਾਈ ਜਹਾਜ਼ ਦਾ ਪ੍ਰਬੰਧਨ ਫੈਡਰਲ ਕਾਨੂੰਨ ਦੇ ਮੁਤਾਬਕ ਕੀਤਾ ਜਾਵੇਗਾ ਅਤੇ ਸਰਕਾਰ ਯੂਕਰੇਨ ਦੀ ਸਰਕਾਰ ਨਾਲ ਇਹ ਨਿਰਧਾਰਿਤ ਕਰਨ ਵਾਸਤੇ ਕੰਮ ਕਰੇਗੀ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਜਾਂ ਫਿਰ ਦੇਸ਼ ਦੇ ਪੁਨਰ ਨਿਰਮਾਣ ਵਿੱਚ ਮਦਦ ਵਾਸਤੇ ਇਸ ਸੰਪਤੀ ਦੀ ਮੁੜ ਵੰਡ ਕਿਵੇਂ ਕੀਤੀ ਜਾ ਸਕਦੀ ਹੈ। ਇਹ ਰੂਸੀ ਜਹਾਜ਼ ਕੋਵਿਡ-19 ਦੀਆਂ ਰੈਪਿਡ ਟੈਸਟ ਕਿਟਸ ਡਿਲੀਵਰ ਕਰਨ ਕੈਨੇਡਾ ਆਇਆ ਸੀ ਤੇ ਫਰਵਰੀ 2022 ਤੋਂ ਇਹ ਪੀਅਰਸਨ 에ਅਰਪੋਰਟ ਤੇ ਖੜਾ ਹੈ। ਇਸ ਜਹਾਜ਼ ਦੇ ਕੈਨੇਡਾ ਪਹੁੰਚਣ ਦੇ ਕੁਝ ਘੰਟਿਆਂ ਬਾਅਦ ਹੀ ਯੂਕਰੇਨ ਉੱਪਰ ਰੂਸੀ ਹਮਲੇ ਦੇ ਜਵਾਬ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਨੇ ਐਲਾਨ ਕੀਤਾ ਕਿ ਕੈਨੇਡਾ ਸਾਰੇ ਰੂਸੀ ਜਹਾਜ਼ਾਂ ਵਾਸਤੇ ਆਪਣੀ 에ਅਰ ਸਪੇਸ ਨੂੰ ਬੰਦ ਕਰ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਕੈਨੇਡਾ ਰੂਸੀ ਸ਼ਾਸਨ ਨੂੰ ਸਪਸ਼ਟ ਸੰਦੇਸ਼ ਭੇਜ ਰਿਹਾ ਹੈ ਕਿ ਰੂਸ ਦੀ ਹਮਲਾਵਰ ਜੰਗ ਦਾ ਸਮਰਥਨ ਕਰਨ ਅਤੇ ਇਸ ਤੋਂ ਲਾਭ ਉਠਾਉਣ ਵਾਲਿਆਂ ਲਈ ਲੁਕਣ ਵਾਸਤੇ ਕੋਈ ਥਾਂ ਨਹੀਂ ਬਚੇਗੀ। ਕੈਨੇਡਾ ਪਹਿਲੇ ਦਿਨ ਤੋਂ ਹੀ ਯੂਕਰੇਨ ਦੀ ਆਜ਼ਾਦੀ ਦੀ ਲੜਾਈ ਦਾ ਸਮਰਥਨ ਕਰ ਰਿਹਾ ਹੈ ਤੇ ਅਸੀਂ
ਉਹਨਾਂ ਦੇ ਪੁਨਰ ਨਿਰਮਾਣ ਦੇ ਯਤਨਾਂ ਵਿੱਚ ਮਦਦ ਲਈ ਮੌਜੂਦ ਰਹਾਂਗੇ। ਚੀਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਆਰਸੀਐਮਪੀ ਇਸ ਦੀ ਜਾਂਚ ਕਰ ਰਹੀ ਹੈ। ਦਰਅਸਲ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਨੂੰ ਚੀਨ ਦੁਆਰਾ ਜੋ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਹੈ ਉਹ ਚਰਚਾ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੇ ਜਿਸ ਹਫ਼ਤੇ ਤਾਜ਼ਾ ਅਪਡੇਟ ਸਾਹਮਣੇ ਆਈ। ਐਮਪੀ ਚੌਂਗ ਤੇ ਉਹਨਾਂ ਦੇ ਪਰਿਵਾਰ ਨੂੰ ਚੀਨ ਵੱਲੋਂ ਧਮਕਾਏ ਜਾਣ ਦੇ ਦੋਸ਼ਾਂ ਦੀ ਆਰਸੀਐਮਪੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਰਸੀਐਮਪੀ ਮੁਖੀ ਦਾ ਇਸ ਬਾਰੇ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਏਜੰਸੀ ਨੇ ਚੀਨ ਵੱਲੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਮਾਈਕਲ ਚੌਂਗ ਅਤੇ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਅਤੇ ਡਰਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨਰ ਮਾਈਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੁੱਦੇ ਤੇ ਡਿਪਟੀ ਕਮਿਸ਼ਨਰ ਮਾਰਕ ਦਾ ਕਹਿਣਾ ਹੈ ਕਿ ਆਰਸੀਐਮਪੀ ਨੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਐਰਨ ਓਟੂਲ ਅਤੇ ਐਨਡੀਪੀ ਮੈਂਬਰ ਪਾਰਲੀਮੈਂਟ ਜੈਨੀ ਵੱਲੋਂ ਉਜਾਗਰ ਕੀਤੇ ਹੋਰ ਦੋਸ਼ਾਂ ਦੇ ਸੰਬੰਧ ਵਿੱਚ ਕੈਨੇਡਾ ਦੇ ਚੋਣ ਕਮਿਸ਼ਨ ਦੇ ਨਾਲ ਸੰਪਰਕ ਕੀਤਾ। ਓਟੂਲ ਨੇ ਇਸ ਮਹੀਨੇ ਹਾਊਸ ਆਫ ਕਾਮਨਸ ਨੂੰ ਕਿਹਾ ਸੀ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪਿਛਲੀਆਂ ਫੈਡਰਲ ਚੋਣਾਂ ਵੇਲੇ ਚੀਨੀ ਸਰਕਾਰ ਦੀ ਗਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਦਾ ਨਿਸ਼ਾਨਾ ਰਹੇ ਹਨ। ਕਵਾਨ ਨੇ ਕਿਹਾ ਸੀ ਕਿ CSIS ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹ ਆਮ ਤੌਰ ਤੇ ਹੀ ਚੀਨ ਸਰਕਾਰ ਦਾ ਨਿਸ਼ਾਨਾ ਰਹੀ ਹੈ। ਓਟੂਲ ਅਤੇ ਕਵਾਨ ਮੁਤਾਬਕ ਹਾਂਗਕਾਂਗ ਦੇ ਵਿੱਚ ਲੋਕਤੰਤਰ ਅਤੇ ਚੀਨ ਵਿੱਚ ਧਾਰਮਿਕ ਘੱਟ ਗਿਣਤੀਆਂ ਦਾ ਸਮਰਥਨ ਕਰਨ ਕਰਕੇ ਚੀਨ ਸਰਕਾਰ ਉਹਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਡੁਹੀਮ ਅਤੇ ਫਲਨ ਨੇ ਕਿਹਾ ਕਿ ਉਹਨਾਂ ਨੂੰ ਦ ਗਲੋਬਲ ਐਂਡ ਮੇਲ ਵੱਲੋਂ ਖਬਰ ਛਾਪੇ ਜਾਣ ਤੋਂ ਬਾਅਦ ਹਾਲ ਹੀ ਵਿੱਚ ਚੌਂਗ ਦੇ ਮਾਮਲੇ ਬਾਰੇ ਪਤਾ ਚੱਲਿਆ। ਫਲਿਨ ਨੇ ਕਿਹਾ ਕਿ ਮੈਂ ਇਸ ਕਿਸਮ ਦੇ ਖਤਰੇ ਦੇ ਮੌਜੂਦ ਹੋਣ ਬਾਰੇ ਜਾਣੂ ਹਾਂ, ਪਰ ਮੈਨੂੰ ਵੇਰਵਿਆਂ ਬਾਰੇ ਪਤਾ ਨਹੀਂ। ਆਰਸੀਐਮਪੀ ਵੱਲੋਂ ਇਹ ਬਿਆਨ ਅਜਿਹੇ ਸਮੇਂ ਦਿੱਤਾ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਅਤੇ ਫੈਡਰਲ ਸਰਕਾਰ ਦੀ ਇਸ ਮਾਮਲੇ ਦੇ ਨਾਲ ਨਜਿੱਠਣ ਦੀ ਕਾਰਗੁਜ਼ਾਰੀ ਦਾ ਮੁੱਦਾ ਭਖਿਆ ਹੋਇਆ ਹੈ। ਪ੍ਰਧਾਨ ਮੰਤਰੀ, ਉਹਨਾਂ ਦੇ ਰਾਸ਼ਟਰੀ ਸੁਰੱਖਿਆ ਤੇ ਇੰਟੈਲੀਜੈਂਸ ਸਲਾਹਕਾਰ ਅਤੇ ਹੋਰ ਕੈਬਨਿਟ ਮੰਤਰੀ ਕਹਿ ਚੁੱਕੇ ਨੇ ਕਿ ਸਿਸ ਨੇ ਉਹਨਾਂ ਨੂੰ ਕਦੇ ਵੀ ਚੌਂਗ ਦੇ ਮਾਮਲੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਉਹਨਾਂ ਨੂੰ ਇਸ ਬਾਰੇ ਸਿਰਫ ਇੱਕ ਰਿਪੋਰਟ ਤੋਂ ਹੀ ਪਤਾ ਚੱਲਿਆ। ਦੱਸਿਏ ਕਿ ਕੈਨੇਡੀਅਨ ਰਾਜਨੀਤੀ ਵਿੱਚ ਚੀਨ ਦੀ ਕਥਿਤ ਦਖਲਅੰਦਾਜ਼ੀ ਦੇ ਸੰਬੰਧ ਦੇ ਵਿੱਚ ਨਿਯੁਕਤ ਕੀਤੇ ਵਿਸ਼ੇਸ਼ ਅਧਿਕਾਰੀ ਸਾਬਕਾ ਗਵਰਨਰ ਨੇ ਵੀ ਹਾਲ ਹੀ ਵਿੱਚ ਰਿਪੋਰਟ ਅੰਦਰ ਸੁਰੱਖਿਆ ਏਜੰਸੀਆਂ ਤੋਂ ਸਰਕਾਰ ਤੱਕ ਖੁਫੀਆ ਜਾਣਕਾਰੀ ਦੇ ਸੰਚਾਰ ਅਤੇ ਕਾਰਵਾਈ ਕਰਨ ਦੇ ਤਰੀਕੇ ਵਿੱਚ ਗੰਭੀਰ ਕਮੀਆਂ ਪਾਈਆਂ। ਉਹਨਾਂ ਨੇ ਆਪਣੀ ਭੂਮਿਕਾ ਦੇ ਸਿਆਸੀ ਵਿਵਾਦਾਂ ਵਿੱਚ ਉਲਝ ਜਾਣ ਦਾ ਹਵਾਲਾ ਦਿੰਦਿਆਂ ਪਿਛਲੇ ਹਫ਼ਤੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੀ ਆਬਾਦੀ ਅੱਜ 40 ਮਿਲੀਅਨ ਤੱਕ ਪਹੁੰਚ ਸਕਦੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਕਿ ਆਬਾਦੀ ਦੇ ਵਿੱਚ ਵੱਡਾ ਯੋਗਦਾਨ ਅਲੱਗ-ਅਲੱਗ ਦੇਸ਼ਾਂ ਤੋਂ ਆਉਣ ਵਾਲੇ ਇਮੀਗ੍ਰੈਂਟਸ ਦਾ ਹੈ। ਅੱਜ ਤੋਂ ਕੈਨੇਡਾ ਦੀ ਆਬਾਦੀ ਵਧਣ ਜਾ ਰਹੀ ਹੈ, ਜਿੱਥੇ ਅੱਜ ਕੈਨੇਡਾ ਦੀ ਆਬਾਦੀ 40 ਮਿਲੀਅਨ ਹੋ ਜਾਣ ਦੀ ਸੰਭਾਵਨਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਅੱਜ ਕੈਨੇਡਾ ਦੀ ਆਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਸਕਦੀ ਹੈ। ਏਜੰਸੀ ਮੁਤਾਬਕ ਰੀਅਲ ਟਾਈਮ ਵਿੱਚ ਕੈਨੇਡਾ ਦੀ ਆਬਾਦੀ ਦਾ ਅਨੁਮਾਨ ਦੱਸਿਆ ਜਾਂਦਾ ਹੈ। ਦੁਪਹਿਰ 3 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ 40 ਮਿਲੀਅਨ ਦੇ ਅੰਕੜੇ ਤੇ ਪਹੁੰਚਣ ਦੀ ਉਮੀਦ ਹੈ। ਕੈਨੇਡਾ ਦੇ ਚੀਫ ਸਟੈਟਿਸਟੀਸ਼ੀਅਨ ਵੱਲੋਂ ਕਿਹਾ ਗਿਆ ਕਿ ਇਹ ਇੱਕ ਸ਼ਾਨਦਾਰ ਮੀਲ ਪੱਥਰ ਹੈ। ਇੱਕ ਮਜ਼ਬੂਤ ਸੰਕੇਤ ਹੈ ਕਿ ਕੈਨੇਡਾ ਸਵਾਗਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ, ਜੋ ਕਿ ਸੰਭਾਵਨਾਵਾਂ ਨਾਲ ਭਰਪੂਰ ਹੈ। ਕੈਨੇਡਾ ਵਿੱਚ ਆਬਾਦੀ ਦੀ ਵਿਕਾਸ ਦਰ ਇਸ ਵੇਲੇ 2.7% ਹੈ ਤੇ ਇਹ 1957 ਤੋਂ ਬਾਅਦ ਦੀ ਸਭ ਤੋਂ ਵੱਧ ਸਾਲਾਨਾ ਦਰ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਭੂਗੋਲ ਅਤੇ ਯੋਜਨਾ ਵਿਭਾਗ ਦੇ ਪ੍ਰੋਫੈਸਰ ਨੇ ਕਿਹਾ ਕਿ ਆਬਾਦੀ ਦਾ ਇਹ ਨਵਾਂ ਰੁਝਾਨ ਮੌਕੇ ਅਤੇ ਚੁਣੌਤੀਆਂ ਦੋਵਾਂ ਨੂੰ ਹੀ ਦੱਸਦਾ ਹੈ। ਕੈਨੇਡਾ ਦੀ ਆਬਾਦੀ ਵਿੱਚ ਪਿਛਲੇ ਸਾਲ ਰਿਕਾਰਡ 1.05 ਮਿਲੀਅਨ ਦਾ ਵਾਧਾ ਹੋਇਆ ਅਤੇ ਲਗਭਗ 96% ਵਾਧਾ ਅੰਤਰਰਾਸ਼ਟਰੀ ਪ੍ਰਵਾਸ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਆਰਥਿਕ ਪੱਖ ਤੋਂ ਨਵੇਂ ਪ੍ਰਵਾਸੀਆਂ ਦਾ ਕੈਨੇਡਾ ਆਉਣਾ ਮਹੱਤਵਪੂਰਨ ਹੈ, ਕਿਉਂਕਿ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ, ਪਰ ਵੱਧਦੀ ਆਬਾਦੀ ਹਾਊਸਿੰਗ ਸੰਕਟ ਵਰਗੀਆਂ ਚੁਣੌਤੀਆਂ ਵੀ ਪੈਦਾ ਕਰਦੀ ਹੈ। ਕੈਨੇਡਾ ਵਿੱਚ ਘਰਾਂ ਦੀ ਔਸਤ ਕੀਮਤ ਅੰਦਰ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਵਾਧਾ ਦਰਜ ਹੋਇਆ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਕੀਮਤ $7,16,000 ਦਰਜ ਕੀਤੀ ਗਈ ਸੀ, ਜੋ ਕਿ ਜਨਵਰੀ ਮਹੀਨੇ ਵਿੱਚ ਘਰਾਂ ਦੀ ਔਸਤ ਕੀਮਤ ਦੇ ਮੁਕਾਬਲੇ $1,00,000 ਦਾ ਵਾਧਾ ਹੈ। ਦੱਸਿਆ ਗਿਆ ਕਿ ਵਧਦੀ ਆਬਾਦੀ ਦੇ ਮੱਦੇਨਜ਼ਰ ਕੈਨੇਡਾ ਨੂੰ ਜੰਗੀ ਪੱਧਰ ਤੇ ਹੋਰ ਘਰਾਂ ਦੀ ਉਸਾਰੀ ਕਰਨ ਦੀ ਜ਼ਰੂਰਤ ਹੈ।
ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 1997 ਵਿੱਚ ਕੈਨੇਡਾ ਦੀ ਆਬਾਦੀ 30 ਮਿਲੀਅਨ ਸੀ ਤੇ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਸਾਲ 2043 ਤੱਕ ਆਬਾਦੀ 50 ਮਿਲੀਅਨ ਤੱਕ ਪਹੁੰਚ ਸਕਦੀ ਹੈ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਓਨਟਾਰੀਓ ਸੂਬੇ ਨੇ ਐਲਾਨ ਕੀਤਾ ਕਿ 26 ਹੋਰ ਸ਼ਹਿਰਾਂ ਨੂੰ ਪਾਵਰ ਦਿੱਤੀ ਜਾ ਰਹੀ ਹੈ। ਹੋਰ ਸ਼ਕਤੀਆਂ ਦਿੱਤੇ ਜਾਣ ਦੇ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਓਨਟਾਰੀਓ ਸੂਬੇ ਵੱਲੋਂ ਇੱਕ ਖਾਸ ਵੱਡਾ ਐਲਾਨ ਕੀਤਾ ਗਿਆ ਜਿੱਥੇ 26 ਹੋਰ ਸ਼ਹਿਰਾਂ ਨੂੰ ਮਜ਼ਬੂਤ ਮੇਅਰ ਸ਼ਕਤੀਆਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। 1 ਜੁਲਾਈ ਤੋਂ ਨਵੀਆਂ ਸ਼ਕਤੀਆਂ ਲਾਗੂ ਹੋਣਗੀਆਂ। ਜੀ ਹਾਂ, ਓਨਟਾਰੀਓ ਸੂਬਾ ਸਰਕਾਰ ਵੱਲੋਂ 26 ਹੋਰ ਸ਼ਹਿਰਾਂ ਦੇ ਵਿੱਚ ਮਜ਼ਬੂਤ ਮੇਅਰ ਦੀਆਂ ਸ਼ਕਤੀਆਂ ਦਾ ਵਿਸਤਾਰ ਕੀਤਾ ਗਿਆ। ਦੱਸਦੀਏ ਕਿ ਪਿਛਲੇ ਸਾਲ ਜਦੋਂ ਸੂਬੇ ਨੇ ਕਾਨੂੰਨ ਪਾਸ ਕਰਕੇ ਟੋਰਾਂਟੋ ਅਤੇ ਆਟਵਾ ਦੇ ਮੇਅਰਾਂ ਦੀਆਂ ਸ਼ਕਤੀਆਂ ਵਧਾਈਆਂ ਸਨ ਤਾਂ ਇਸ ਮੁੱਦੇ ਤੇ ਵਿਵਾਦ ਵੀ ਛਿੜਿਆ। ਵਿਸਤਾਰ ਦਾ ਐਲਾਨ ਕਰਦਿਆਂ ਮਿਊਨਿਸਪਲ ਅਫੇਅਰਸ ਐਂਡ ਹਾਊਸਿੰਗ ਮਿਨਿਸਟਰ ਨੇ ਕਿਹਾ ਕਿ 26 ਹੋਰ ਮਿਊਨਿਸਪੈਲਿਟੀਜ਼ ਨੂੰ ਵੀ ਮਜ਼ਬੂਤ ਮੇਅਰ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਨਵੀਆਂ ਸ਼ਕਤੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਲੋਕਲ ਸਰਕਾਰਾਂ ਨੂੰ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲੈ ਕੇ ਆਉਣ ਦੇ ਉਦੇਸ਼ ਨਾਲ ਲਿਆ ਗਿਆ ਤਾਂ ਕਿ ਸਾਲ 2031 ਤੱਕ ਸੂਬੇ ਦੇ 1.5 ਮਿਲੀਅਨ ਘਰਾਂ ਦੇ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੀਆਂ ਸਭ ਤੋਂ ਵੱਡੀਆਂ ਅਤੇ ਤੇਜ਼ੀ ਨਾਲ ਵਧਦੀਆਂ ਮਿਊਨਿਸਪੈਲਿਟੀਜ਼ ਨੂੰ ਇਹ ਵਧੇਰੇ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਚਾਹੁੰਦਾ ਹੈ ਕਿ ਇਹਨਾਂ ਸ਼ਹਿਰਾਂ ਕੋਲ ਰਿਹਾਇਸ਼ੀ ਵਚਨਬੱਧਤਾਵਾਂ ਤੇ ਖਰੇ ਉਤਰਨ ਵਾਸਤੇ ਲੋੜੀਂਦਾ ਟੂਲਸ ਮੌਜੂਦ ਹੋਣ। ਦੱਸਦੀਏ ਕਿ ਉਕਤ ਐਲਾਨ ਓਨਟਾਰੀਓਜ਼ ਬਿਗ ਸਿਟੀ ਮੇਅਰਸ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸ ਗਰੁੱਪ ਵਿੱਚ 29 ਮੇਅਰ ਹਨ ਜੋ ਕਿ 1 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਨੇ। ਇਸ ਵਿੱਚ ਸ਼ਾਮਲ 3 ਸ਼ਹਿਰ ਨਿਊ ਮਾਰਕੀਟ, ਚੇਠਮ ਕੈਂਟ ਅਤੇ ਥੰਡਰ ਬੇ ਨੂੰ ਨਵੀਆਂ ਮਜ਼ਬੂਤ ਮੇਅਰ ਸ਼ਕਤੀਆਂ ਪ੍ਰਾਪਤ ਨਹੀਂ ਹੋਈਆਂ। ਮਿਨਿਸਟਰ ਕਲਾਰਕ ਨੇ ਕਿਹਾ ਕਿ ਜਿਹੜੇ ਸ਼ਹਿਰਾਂ ਨੇ ਹਾਊਸਿੰਗ ਵਚਨਬੱਧਤਾਵਾਂ ਕੀਤੀਆਂ ਹਨ ਉਹਨਾਂ ਵਾਸਤੇ ਸ਼ਕਤੀਆਂ ਦਾ ਵਿਸਤਾਰ ਕੀਤਾ ਗਿਆ। ਮਜ਼ਬੂਤ ਮੇਅਰ ਪ੍ਰਣਾਲੀ ਤਹਿਤ ਮੇਅਰਾਂ ਨੂੰ ਹਾਊਸਿੰਗ ਸੰਬੰਧਿਤ ਓਪਨ ਨਿਯਮਾਂ ਦਾ ਪ੍ਰਸਤਾਵ ਦੇਣ ਅਤੇ ਉਹਨਾਂ ਨੂੰ 1/3 ਕੌਂਸਲਰਾਂ ਦੇ ਸਮਰਥਨ ਨਾਲ ਪਾਸ ਕਰਨ ਦੀ ਇਜਾਜ਼ਤ ਹੁੰਦੀ ਹੈ। ਨਾਲ ਹੀ ਜ਼ੋਨਿੰਗ ਵਰਗੇ ਓਪਨ ਨਿਯਮਾਂ ਨੂੰ ਕੌਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਮਨਜ਼ੂਰ ਕੀਤਾ ਜਾ ਸਕਦਾ ਹੈ। ਕੈਨੇਡਾ ਵੱਲੋਂ ਚੀਨ ਖਿਲਾਫ ਸਖਤੀ ਕੀਤੀ ਗਈ ਜਿੱਥੇ ਬੈਂਕ ਦੇ ਨਾਲ ਕੰਮ ਕਰਨਾ ਬੰਦ ਕੀਤਾ ਜਾ ਰਿਹਾ। ਇਸ ਹਫ਼ਤੇ ਖਬਰ ਸਾਹਮਣੇ ਆਈ ਹੈ, ਇਸ ਦੀ ਅਪਡੇਟ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕੈਨੇਡਾ ਨੇ ਚੀਨ ਦੀ ਅਗਵਾਈ ਵਾਲੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਨਾਲ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਕੈਨੇਡਾ ਨੇ ਏਸ਼ੀਅਨ ਬੈਂਕ ਖਿਲਾਫ ਇੱਕ ਕਦਮ ਚੁੱਕਿਆ ਜਿੱਥੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਚੌਧਰ ਹੋਣ ਦੇ ਇਲਜ਼ਾਮ ਦੇ ਚੱਲਦਿਆਂ ਬੈਂਕ ਵਿੱਚ ਆਪਣੀ ਸਰਕਾਰੀ ਐਕਟੀਵਿਟੀਜ਼ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਫਾਈਨਾਂਸ ਮਿਨਿਸਟਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਕਿਹਾ ਕਿ ਇਸ ਇਲਜ਼ਾਮ ਦੀ ਜਾਂਚ ਦਾ ਕੋਈ ਵੀ ਨਤੀਜਾ ਆ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਕੈਨੇਡਾ ਇਸ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਨਾਲ ਆਪਣੇ ਰਿਸ਼ਤੇ ਖਤਮ ਕਰ ਸਕਦਾ ਹੈ। ਕੈਨੇਡਾ ਮਾਰਚ 2018 ਦੇ ਵਿੱਚ ਅਧਿਕਾਰਤ ਤੌਰ ਤੇ AIIB ਨਾਲ ਜੁੜਿਆ ਸੀ। ਬੈਂਕ ਦੇ ਗਲੋਬਲ ਕਮਿਊਨੀਕੇਸ਼ਨ ਆਫਿਸਰ ਜੋ ਕਿ ਕੈਨੇਡੀਅਨ ਹਨ, ਉਹਨਾਂ ਨੇ ਅਸਤੀਫਾ ਦਿੰਦਿਆਂ ਇਲਜ਼ਾਮ ਲਗਾਇਆ ਕਿ ਇਹ ਬੈਂਕ ਕਮਿਊਨਿਸਟ ਪਾਰਟੀ ਦੇ ਦਬਦਬੇ ਹੇਠ ਹੈ। AIIB ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਫ੍ਰੀਲੈਂਡ ਵੱਲੋਂ ਪੱਤਰਕਾਰਾਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਬੈਂਕ ਵਿੱਚ ਸਰਕਾਰੀ ਅਗਵਾਈ ਵਾਲੀਆਂ ਸਾਰੀਆਂ ਐਕਟੀਵਿਟੀਜ਼ ਨੂੰ ਤੁਰੰਤ ਰੋਕ ਦੇਵੇਗੀ। ਮੈਂ ਵਿੱਤ ਵਿਭਾਗ ਨੂੰ AIIB ਵਿੱਚ ਕੈਨੇਡਾ ਦੀ ਸ਼ਮੂਲੀਅਤ ਅਤੇ ਲਾਏ ਗਏ ਦੋਸ਼ਾਂ ਦੀ ਤੁਰੰਤ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ ਬੌਬ ਜਿਨ੍ਹਾਂ ਨੇ 15 ਮਹੀਨੇ ਤੱਕ AIIB ਨਾਲ ਕੰਮ ਕੀਤਾ, ਉਹਨਾਂ ਨੇ ਟਵਿੱਟਰ ਤੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਭਗਤ ਕੈਨੇਡੀਅਨ ਹੋਣ ਦੇ ਨਾਤੇ ਅਸਤੀਫਾ ਦੇਣਾ ਹੀ ਉਹਨਾਂ ਕੋਲ ਇੱਕੋ ਇੱਕ ਆਪਸ਼ਨ ਸੀ। ਉਹਨਾਂ ਦਾਅਵਾ ਕੀਤਾ ਹੈ ਕਿ ਬੈਂਕ ਵਿੱਚ ਕਮਿਊਨਿਸਟ ਪਾਰਟੀ ਦੇ ਬੰਦਿਆਂ ਦਾ ਦਬਦਬਾ ਹੈ। ਇਹ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਚੀਨ ਦੀ ਸਰਕਾਰ ਤੇ ਨਿਰੰਤਰਨ ਸਖਤ ਕਰ ਰਹੇ ਹਨ ਅਤੇ ਨਿੱਜੀ ਖੇਤਰ ਦੇ ਵਿੱਚ ਕੰਪਨੀਆਂ ਨੂੰ ਪਾਰਟੀ ਦੀਆਂ ਵਿਕਾਸ ਯੋਜਨਾਵਾਂ ਦੇ ਨਾਲ ਮੇਜ਼ਦਾ ਹੋਣ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ। AIIB ਨੇ ਈਮੇਲ ਦੇ ਵਿੱਚ ਕਿਹਾ ਕਿ ਬੌਬ ਦੀਆਂ ਟਿੱਪਣੀਆਂ ਬੇਬੁਨਿਆਦ ਹਨ ਅਤੇ ਬੈਂਕ ਨੇ ਉਹਨਾਂ ਨੂੰ ਕਾਰਜਕਾਲ ਦੌਰਾਨ
ਸਮਰਥਨ ਅਤੇ ਸ਼ਕਤੀ ਦਿੱਤੀ ਸੀ। ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੀਆਰ ਦਾ ਰਾਹ ਹੋਇਆ ਬੰਦ, ਜਾਣੋ ਕਿਹਨਾਂ ਤੇ ਹੋਈ ਸਖਤੀ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ, ਨਹੀਂ ਕੀਤਾ ਜਾਵੇਗਾ ਡਿਪੋਰਟ। 3 ਸੂਬਿਆਂ ਤੋਂ ਇਮੀਗ੍ਰੇਸ਼ਨ ਦਾ ਐਲਾਨ, ਡਰਾਅ ਵਿੱਚ ਉਮੀਦਵਾਰਾਂ ਨੂੰ ਮਿਲੇ ਸੱਦੇ। ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਹੋਣ ਦਾ ਡਰ, ਇੱਕ ਹੋਰ ਨੌਜਵਾਨ ਨੇ ਸਾਂਝਾ ਕੀਤਾ ਆਪਣਾ ਦਰਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।